सो सतगुर माहे समाना एह बाणी जो जियो जाने तिस अंतर रवे हर नाम बाणी गुरु गुरु है बाणी विच बाणी अमृत सारे गुर बाणी कहे सेवक जन माने पर तख गुरु निस्तारे बाणी बिरलो विचारसी जे को गुरमुख होए एह बाणी महापुरख की निज कर वासा होए। श्री राग महला पहला कर दूजा तन जो बन अर फुलड़ा नाठी अड़े दिन चार पवन केरे पत ज्यों टल टुल जुमन हार रंग मान ले प्यारिया जा जो बन नहुला दिन थोड़े थके पया पुराना चोला रहा सजन मेरे रंगुले जाए सुते जीरान हम पीवंगा डुमणी रोवा चीणी बाण की ना सुन ही गोरिये आपन कन्नी सोए लगी आवे साहोरे नित न पेया होए नानक सुती पेय जान विरती सन गुण गवाई गंठड़ी अवगण चली बन नानक
ਸੁਤੀ ਪਈਐ ਜਾਣ ਵਿਰਤੀ ਸੰਨ ਗੁਣ ਗਵਾਈ ਗੰਠੜੀ ਅਵਗਣ ਚੱਲੀ ਬੰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 23 ਅੰਗ ਤੇ ਸੁਸ਼ੋਭਿਤ ਹੈ। ਇਸ ਦੀ ਵਿਚਾਰ ਭਾਈ ਰਣਜੀਤ ਸਿੰਘ ਜੀ ਦਰਦੀ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਧਰਮ ਪ੍ਰਚਾਰ ਕਮੇਟੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਅੰਦਰ ਜੋ ਗੁਰੂ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ, ਗੁਰਸਿੱਖਾਂ ਦੀ ਬਾਣੀ ਦਰਜ ਹੈ, ਉਹਨਾਂ ਬਾਣੀ ਦੇ ਜੋ ਉਚਾਰਨ ਕਰਤਾ ਸਤਿਗੁਰੂ ਹੋਏ ਨੇ, ਭੱਟ ਹੋਏ ਨੇ, ਭਗਤ ਹੋਏ ਨੇ, ਉਹਨਾਂ ਦੇ ਪਵਿੱਤਰ ਨਾਮਾਂ ਤੋਂ ਜੋ ਗੁਰਬਾਣੀ ਦੇ ਪ੍ਰਮੁੱਖ ਸਿਧਾਂਤ ਹਨ, ਉਹਨਾਂ ਦੀ ਵਿਆਖਿਆ ਪ੍ਰਚਾਰ ਵਾਸਤੇ ਸਮਾਗਮਾਂ ਦੀ ਇੱਕ ਲੜੀ ਆਰੰਭ ਕੀਤੀ ਜਾ ਰਹੀ ਹੈ। ਸੋ ਪਹਿਲਾ ਸਮਾਗਮ ਜੋ ਹੈ ਉਹ 30 ਜੁਲਾਈ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 11:15 ਵਜੇ ਤੱਕ ਗੁਰਦੁਆਰਾ ਨਾਨਕ ਪਿਓ ਸਾਹਿਬ ਹੋਵੇਗਾ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਇਹ ਸਮਾਗਮ ਕਲੋਨੀਆਂ ਮੁਹੱਲਿਆਂ ਤੱਕ ਵੀ ਹੋਣੇ ਹਨ। ਆਪ ਜੀ ਸੰਪਰਕ ਵੀ ਕਰ ਸਕਦੇ ਹੋ ਦਿੱਲੀ ਕਮੇਟੀ ਦੀ, ਧਰਮ ਪ੍ਰਚਾਰ ਕਮੇਟੀ ਨਾਲ, ਕਿ ਕੋਈ ਸਮਾਗਮ ਤੁਹਾਡੇ ਇਲਾਕੇ ਵਿੱਚ ਰੱਖਿਆ ਜਾ ਸਕੇ। ਆਓ ਉਹਨਾਂ ਗੁਰੂਆਂ, ਭੱਟਾਂ, ਭਗਤਾਂ ਨੂੰ ਨਮਸਕਾਰ ਕਰੀਏ ਜਿਨ੍ਹਾਂ ਨੇ ਦੀ ਬਾਣੀ ਨਾਲ ਅੱਜ ਸੰਸਾਰ ਸਰਸ਼ਾਰ ਹੁੰਦਾ ਹੈ। ਔਰ ਇਹ ਸਮਾਗਮ ਹਰ ਹਫ਼ਤੇ ਵੱਖ-ਵੱਖ ਕਲੋਨੀਆਂ ਦੇ ਵਿੱਚ ਹੋਣੇ ਹਨ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਤੋ ਦਾਤਾਰ ਪਰਿਓ ਇਕ ਜਾਚਕ ਸ਼ਰਨਾ,
ਮਿਲੈ ਦਾਨ ਸੰਤਰੇ ਨ ਜਹ ਲਗ ਭਉ ਜਲ ਤਰਨਾ। ਬੇਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਪਾਵੈ। ਦੇਹੋ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ। ਦੇਹੋ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ। ਜੁਗ ਜੁਗ ਟਲ ਦਇਆ ਮਿਆ ਦੇ ਭੰਡਾਰ ਗੁਣਾਂ ਦੇ ਨਿਧ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਸ਼ਵਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ ਜੋ ਬੜੇ ਪ੍ਰੇਮ ਨਾਲ ਭਾਵਨਾ ਨਾਲ ਸ੍ਰੀ ਹਰਿਕ੍ਰਿਸ਼ਨ ਧਿਆਈਐ ਜੇ ਜਿਠੇ ਸਭ ਦੁੱਖ ਜਾਏ। ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਸਥਾਨਾਂ ਵਿਖੇ ਆਪ ਜੀ ਜੁੜੇ ਹੋਏ। ਸਾਹਿਬ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਹ ਜੋ ਸੰਸਾਰ ਹੈ, ਆਪਾਂ ਦੇਖਦੇ ਹਾਂ ਕਿ ਬੰਦਾ ਸਭ ਤੋਂ ਜ਼ਿਆਦਾ ਅਹਿਮੀਅਤ, ਬੰਦਾ ਅਹਿਮੀਅਤ ਕਿਹਨੂੰ ਦਿੰਦਾ ਹੈ? ਇਹ ਕਹਿੰਦਾ ਹੈ ਕਿ ਜਿਹੜੀ ਰਾਜਨੀਤੀ ਹੈ ਬੜੀ ਦੁਰਲੱਭ ਹੈ। ਕਦੇ ਕਹਿੰਦਾ ਖਾਣਾ, ਕਦੇ ਧਨ, ਕਦੇ ਪਰਿਵਾਰ ਹੈ, ਕਦੇ ਪਹਿਨਣਾ। ਧਿਆਨ ਦੇਣਾ, ਇਹ ਸਾਡੀਆਂ ਲੋੜਾਂ ਜ਼ਰੂਰ ਨੇ, ਪਰ ਦੁਰਲੱਭ, ਸਭ ਤੋਂ ਵੱਡਾ, ਸਭ ਤੋਂ ਮਹਾਨ ਕੌਣ ਹੈ? ਸਾਹਿਬ ਜੀ ਨੇ ਸ਼ਲੋਕ ਸੰਸਕ੍ਰਿਤੀ ਵਿੱਚ ਫਰਮਾਇਆ, ਦੁਰਲਭੰਗ ਏਕ ਭਗਵਾਨ ਨਾਮੈ। ਕਿ ਦੁਰਲੱਭ ਕੌਣ ਹੈ? ਪਰਮੇਸ਼ਰ ਦਾ ਨਾਮ। ਨਾਨਕ ਲਬਦਿਅੰਗ ਸਾਧ ਸੰਗ ਕਿਰਪਾ ਪ੍ਰਭੰਗ। ਉਹ ਮਿਲਦਾ ਕਿਵੇਂ ਹੈ? ਉਹ ਮਿਲਦਾ ਕਿਵੇਂ ਹੈ? ਦਾਤਾ ਜੀ ਕਹਿਣ ਲੱਗੇ, ਸਾਧ ਸੰਗਤ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਨਾਲ ਸਭ ਤੋਂ ਜ਼ਿਆਦਾ ਦੁਰਲੱਭ ਮਹਾਨ ਹੈ ਪਰਮੇਸ਼ਰ ਦਾ ਨਾਮ। ਹੇ ਭਾਈ, ਚਾਹੁੰਦਾ ਹੈ ਕਿ ਤੈਨੂੰ ਵੀ ਪਰਮੇਸ਼ਰ ਮਿਲ ਜਾਏ, ਰੋਜ਼ਾਨਾ ਗੁਣਾਂ ਨੂੰ ਗਾਇਆ ਕਰ, ਸਾਧ ਸੰਗਤ ਕਰਿਆ ਕਰ। ਬਿਨ ਸਤਿਗੁਰ ਮਿਲਤ ਅਸਾਧ ਸੰਗ, ਅੰਗ ਅੰਗ ਦੁਰਮਤ ਗਤ ਪ੍ਰਗਟਾਏ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਸਾਨੂੰ ਸਮਝਾਉਂਦੇ ਨੇ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਨਾ ਮਿਲੀ, ਜਿਨ੍ਹਾਂ ਨੂੰ ਸੰਗਤ ਨਹੀਂ ਮਿਲੀ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਪਾਪਾਂ ਨਾਲ ਭਰ ਜਾਂਦਾ। ਗੁਰੂ ਦੀ ਸੰਗਤ ਨਹੀਂ ਮਿਲੀ, ਕੁਛ ਸੰਗਤ ਮਿਲੀ, ਸਾਰਾ ਜੀਵਨ ਪਾਪਾਂ ਨਾਲ, ਵਿਕਾਰਾਂ ਨਾਲ ਭਰ ਗਿਆ। ਇੱਕ ਆਲਮ ਨੇ ਬੜਾ ਪਿਆਰਾ ਲਿਖਿਆ, ਸੰਗ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂੰ, ਤੂੰਬੇ ਮੂਲ ਤਰਬੂਜ ਨਾ ਹੁੰਦੇ, ਲੈ ਤੋੜ ਮੱਕੇ ਲੈ ਜਾਈਏ ਹੂੰ, ਕਾਂ ਦੇ ਬੰਚੇ ਹੰਸ ਨਾ ਥੀਂਦੇ, ਭਾਵੇਂ ਚੋਗ ਚੁਗਾਈਏ ਹੂੰ, ਖਾਰੇ ਖੂਹ ਨਾ ਮਿੱਠੇ ਹੁੰਦੇ, ਭਾਵੇਂ ਸਹਿ ਮਣਾ ਖੰਡ ਪਾਈਏ ਹੂੰ। ਸੰਗ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂੰ। ਕਿ ਜਿਹੜੀ ਕੁਸੰਗਤ ਹੈ ਇਹ ਨਾ ਕਦੇ ਕਰੀਏ। ਇਹ ਕੀ ਕਰਦੀ? ਕੁਲ ਨੂੰ ਲਾਜ ਲੱਗ ਜਾਂਦੀ ਏ। ਜਿਹੜਾ ਕੁਸੰਗਤ ਕਰਦਾ ਉਹਦੀ ਕੁਲ ਵੀ ਗਈ।
ਜਿਹੜੇ ਤੁੰਬੇ ਹੁੰਦੇ ਕਿਤਨੇ ਕੌੜੇ ਨੇ। ਤੁੰਬਾ ਬੜਾ ਕੌੜਾ ਹੈ, ਭਾਵੇਂ ਧਾਰਮਿਕ ਸਥਾਨ ਤੇ ਲੈ ਆਓ, ਭਾਵੇਂ ਮੱਕੇ ਲਿਜਾਓ, ਨੇ ਮਿੱਠਾ ਨਹੀਂ ਹੋਣਾ। ਕਾਂ ਦਾ ਬੱਚਾ ਜਿੰਨੀ ਮਰਜ਼ੀ ਉਹਨੂੰ ਸੁੱਚੇ ਮੋਤੀ ਦੇਣ ਦਾ ਯਤਨ ਕਰੋ, ਕਾਂ ਦਾ ਬੱਚਾ ਹੰਸ ਥੋੜ੍ਹੀ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀ ਕੁਸੰਗਤ ਹੈ, ਗੁਰਮੁਖੋ, ਇਸ ਜੀਵਨ ਦਾ ਘਾਤ ਕਰਦੀ ਹੀ ਕਰਦੀ ਹੈ ਜਿਹੜੀ ਕੁਸੰਗਤ ਹੈ। ਵੱਡੇ ਭਾਗਾਂ ਵਾਲੇ ਹੋ ਜੋ ਭਾਵਨਾ ਨਾਲ, ਪ੍ਰੇਮ ਨਾਲ ਆਪ ਜੀ ਸਾਹਿਬਾਂ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਜੁੜੇ ਹੋਏ। ਪ੍ਰਥਮ ਆਪ ਜੀ ਨੇ ਸ਼੍ਰੀ ਆਸਾ ਜੀ ਦੀ ਵਾਰ ਦੇ ਹਰੀ ਜਸ ਅੰਮ੍ਰਿਤਮਈ ਕੀਰਤਨ ਸਰਵਣ ਕੀਤੇ ਉਪਰੰਤ ਸਿੰਘ ਸਾਹਿਬ ਉਹਨਾਂ ਦੀ ਮੁਬਾਰਕ ਰਸਨਾ ਤੋਂ ਜੋ ਰੋਜ਼ਾਨਾ ਹੀ ਇਹਨਾਂ ਪਾਵਨ ਪਵਿੱਤਰ ਸਥਾਨਾਂ ਵਿਖੇ ਲੜੀਵਾਰ ਕਥਾ ਆਰੰਭ ਹੈ, ਉਸ ਦੇ ਮੂਲ ਪਾਠ ਆਪ ਜੀ ਨੇ ਸਰਵਣ ਕੀਤੇ ਨੇ। ਆਓ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਲਵਾਈਏ ਗੁਰੂ ਚਰਨ ਕਮਲਾਂ ਵਿੱਚ ਹਾਜ਼ਰੀ, ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਗੁਰੂ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 23 ਉੱਪਰ ਸ਼ੋਭਾਇਮਾਨ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਜੋ ਸ੍ਰੀ ਹੈ ਇਹ ਰਾਗ ਦਾ ਨਾਮ ਹੈ। ਰਾਗਨ ਮੈਂ ਸ੍ਰੀ ਰਾਗ ਪਾਰਸ਼ ਪਖਾਨ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ। ਸਰਮੌਰ ਰਾਗ ਜਿਹੜਾ ਪਹਿਲਾ ਰਾਗ ਹੈ ਉਹ ਕਿਹੜਾ ਹੈ? ਸ੍ਰੀ ਰਾਗ। ਗਰੀਬ ਨਿਵਾਜ਼ ਗੁਰੂ ਨਾਨਕ ਸਾਹਿਬ ਜੀ ਅੱਜ ਬਖਸ਼ਿਸ਼ ਕਰਦੇ ਹਨ। ਘਰ ਦੂਜਾ ਇਹਦਾ ਜਿਹੜਾ ਸੰਬੰਧ ਹੈ ਤਬਲੇ ਨਾਲ ਦੱਸਿਆ ਜਾਂਦਾ ਕਿ ਜਦੋਂ ਇਹ ਸ਼ਬਦ ਗਾਉਣਾ ਹੈ ਤੇ ਤਬਲਾ ਇਸ ਘਰ ਦੇ ਵਿੱਚ ਹੋਵੇ। ਘਰ ਦੂਜਾ ਗੁਰੂ ਨਾਨਕ ਸਾਹਿਬ ਜੀ ਅੱਜ ਸਾਨੂੰ ਸਮੁੱਚੀ ਕਾਇਨਾਤ ਨੂੰ ਸਾਹਿਬ ਜੀ ਸੇਧ ਦਿੰਦੇ ਨੇ। ਧਨ ਜੋਬਨ ਅਰ ਫੁੱਲੜਾ। ਫੁੱਲੜਾ ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ। ਫੁੱਲੜਾ ਫੁੱਲ, ਨਾਠੀੜੇ ਦਾ ਅਰਥ ਹੈ ਨਾਠੀੜੇ ਪ੍ਰਾਹੁਣੇ। ਦਿਨ ਚਾਰ ਕਿ ਭਾਈ ਤੇਰੀ ਜ਼ਿੰਦਗੀ ਨੂੰ ਕਦੇ ਦੇਖ, ਕਦੇ ਫੁੱਲ ਵੇਖਿਆ? ਆਪਾਂ ਰੋਜ਼ਾਨਾ ਹੀ ਦੇਖਦੇ ਹਾਂ, ਬੜੇ ਫੁੱਲ ਨਵੇਂ ਖਿੜਦੇ ਤੇ ਬੜੇ ਮੁਰਝਾਉਂਦੇ। ਸਾਹਿਬ ਜੀ ਨੇ ਉਦਾਹਰਨ ਦਿੱਤੀ, ਭਾਈ ਇਹ ਜਿਹੜਾ ਫੁੱਲ ਹੈ ਇਹਦੀ ਜ਼ਿੰਦਗੀ 4 ਦਿਨਾਂ ਦੀ ਹੈ, ਕੱਲੇ ਫੁੱਲ ਦੀ ਨਹੀਂ। ਤੇਰਾ ਧਨ ਤੇ ਤਨ ਇਹ ਜੋਬਨ ਇਹ 4 ਦਿਨਾਂ ਦੀ ਖੇਡ ਹੈ। ਨਾਠੀੜੇ ਦਿਨ ਚਾਰ, ਇਹ 4 ਦਿਨਾਂ ਦੇ ਪ੍ਰਾਹੁਣੇ ਨੇ। ਫੁੱਲ ਵੀ 4 ਦਿਨਾਂ ਦਾ ਪ੍ਰਾਹੁਣਾ ਹੈ, ਤੇਰਾ ਧਨ ਵੀ 4 ਦਿਨਾਂ ਦਾ ਪ੍ਰਾਹੁਣਾ ਹੈ ਤੇ ਜੋਬਨ ਵੀ। ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਜਿਹੜਾ ਧਨ ਸ਼ਬਦ ਆਇਆ ਹੈ ਇਸ ਨੂੰ ਬਹੁ ਭਾਂਤੀ ਵਰਤਿਆ ਹੈ। ਧਨ ਸ਼ਬਦ ਨੂੰ ਧਨ ਇੱਥੇ ਅਰਥ ਹੈ ਧਨ ਮਾਇਆ ਪੈਸੇ। ਧਿਆਨ ਦੇਣਾ, ਸਾਹਿਬ ਜੀ ਨੇ ਫਰਮਾਇਆ ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ। ਧਨ ਫਿਰ ਜੀਵ ਇਸਤਰੀ
ਇਸਤਰੀ ਵੀ ਇਹਦਾ ਅਰਥ ਆਇਆ, ਧਨ ਦਾ ਅਰਥ ਗੁਰਬਾਣੀ ਵਿੱਚ। ਤਿੰਨ ਧਨ ਜਿਣੇ ਦੀ ਮਾਓ, ਇੱਥੇ ਧਨ ਦਾ ਅਰਥ ਹੈ ਸੁਭਾਗਾ, ਵਡਿਆਈ ਯੋਗ। ਧਨ ਕਹੈ, ਇੱਥੇ ਵੀ ਧਨ ਦਾ ਅਰਥ ਹੈ ਜੀਵ ਇਸਤਰੀ। ਧਨ ਧਨ ਕਹਾਂ ਪੁਕਾਰਤੇ, ਇੱਥੇ ਜਿਹੜਾ ਧਨ ਦਾ ਅਰਥ ਹੈ ਨਾ, ਧਨ ਧਨ ਕਹਾਂ ਪੁਕਾਰਤੇ, ਇੱਥੇ ਧਨ ਦਾ ਅਰਥ ਹੈ ਮਾਇਆ, ਪੈਸੇ। ਕਿ ਬੰਦਿਆ ਕੀ ਧਨ ਧਨ ਕਰਦਾ ਹੈ। ਭਾਵ ਕਿ ਜਿਹੜਾ ਧਨ ਸ਼ਬਦ ਆਇਆ ਗੁਰਬਾਣੀ ਵਿੱਚ, ਇਹਦੇ ਬੜੇ ਅਰਥ ਨੇ। ਧਨ ਦਾ ਅਰਥ ਇਕੱਲੇ ਮਾਇਆ ਨਹੀਂ, ਧਨ ਦਾ ਅਰਥ ਇਸਤਰੀ ਵੀ ਹੈ, ਧਨ ਦਾ ਅਰਥ ਵਡਿਆਈ ਵੀ ਹੈ, ਧਨ ਦਾ ਅਰਥ ਧਨ ਮਾਇਆ ਵੀ ਹੈ, ਧਨ ਦਾ ਅਰਥ ਸਲਾਣ ਯੋਗ ਵੀ ਹੈ। ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਗੁਰਬਾਣੀ ਵਿੱਚ। ਧਨ ਤੇ ਤਨ ਇਹਨਾਂ ਇਕੱਠਿਆਂ ਦਾ ਬੜੀ ਵਾਰ ਜ਼ਿਕਰ ਆਇਆ। ਗਰੀਬ ਨਿਵਾਜ਼ ਗੁਰੂ ਨਾਨਕ ਸਾਹਿਬ ਜੀ ਜਦੋਂ ਬਾਬਰ ਨੇ ਹਮਲਾ ਕੀਤਾ, ਸਾਹਿਬ ਜੀ ਨੇ ਸਾਨੂੰ ਸਮਝਾਇਆ, ਧਨ ਜੋਬਨ ਦੋਇ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਕਿ ਧਨ ਤੇ ਤਨ ਇਹ ਜੋਬਨ ਵੈਰੀ ਬਣ ਗਏ। ਇਹ ਕਦੋਂ ਵੈਰੀ ਬਣੇ? ਜਿਨੇ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ, ਲੈ ਚੱਲੇ ਪੱਤ ਗਵਾਏ। ਬਾਬਰ ਨੇ ਇਹ ਹੁਕਮ ਕੀਤਾ ਹੈ ਕਿ ਇਹਨਾਂ ਦੀ ਪੱਤ ਇੱਜ਼ਤ ਗਵਾ ਕੇ ਲੁੱਟ ਕੇ ਇਹਨਾਂ ਨੂੰ ਲੈ ਚੱਲੋ। ਸਾਹਿਬ ਜੀ ਨੇ ਸਮਝਾਇਆ, ਜਿਨੇ ਰੱਖੇ ਰੰਗ ਲਾਏ। ਬੰਦਾ ਧਨ ਦਾ ਬੜਾ ਮਾਣ ਕਰਦਾ ਸੀ, ਸੁੰਦਰਤਾ ਦਾ ਬੜਾ ਮਾਣ ਸੀ। ਹੁਣ ਕੀ ਬਣ ਗਏ? ਇਹ ਧਨ ਵੀ ਵੈਰੀ ਬਣ ਗਿਆ ਤੇ ਸੁੰਦਰਤਾ ਵੀ ਇਹ ਵੈਰੀ ਬਣ ਗਈ। ਪਰ ਕਦੋਂ? ਰੱਬ ਪਰਮੇਸ਼ਰ ਵਿਸਰ ਗਿਆ। ਨੌਵੇਂ ਪਾਤਸ਼ਾਹ ਜੀ ਸਮਝਾਉਂਦੇ, ਜੋਬਨ ਧਨ ਪ੍ਰਭਤਾ ਕੈ ਮਧ ਮੈਂ। ਇਹ ਧਨ ਰਾਜਨੀਤੀ ਤੇ ਆਪਣਾ ਜੋਬਨ ਅਹਨਿਸ ਰਹਿ ਦੀਵਾਨਾ। ਦੀਵਾਨਾ ਦਾ ਅਰਥ ਹੁੰਦਾ ਪਾਗਲ, ਬੌਰਾ। ਕਿ ਬੰਦੇ ਪਾਸ ਮਾਇਆ ਕੀ ਆਈ, ਸੁੰਦਰਤਾ ਕੀ ਆਈ, ਇਹਦੇ ਹੱਥ ਸੱਤਾ ਕੀ ਆਈ, ਬੰਦਾ ਕੀ ਬਣ ਗਿਆ? ਪਾਗਲ ਬਣ ਗਿਆ। ਮਾਇਆ ਕਾਰਨ ਸ਼ਰਮ ਯਤ ਕਰੈ। ਇਹ ਮਾਇਆ ਕਰਕੇ ਬੜਾ ਯਤਨ ਕਰਦਾ। ਸੋ ਮਾਇਆ ਲਾ ਗਾਡੇ ਧਰੈ, ਗੱਡੇ ਇਹਨੇ ਭਰ ਲਏ। ਅਤ ਸੰਚੈ ਸਮਝੈ ਨਹੀਂ ਮੂੜ। ਮੂਰਖ ਨਹੀਂ ਸਮਝਦਾ। ਧਨ ਧਰਤੀ ਦੋਨਾਂ ਦਾ ਜ਼ਿਕਰ ਆਇਆ। ਤਨ ਹੋਏ ਗਿਓ ਧੂੜ। ਕਿ ਜਿਹੜਾ ਧਨ ਹੈ ਇਹ ਤਾਂ ਧਰਤੀ 'ਚ ਦੱਬਿਆ ਰਹਿ ਗਿਆ। ਸਰੀਰ ਕੀ ਬਣ ਗਿਆ? ਧੂੜੀ ਬਣ ਗਿਆ। ਇਸ ਤਨ ਧਨ ਕੀ ਕਵਨ ਵਡਾਈ। ਭਗਤ ਕਬੀਰ ਜੀ, ਉਹਨਾਂ ਦੇ ਬੜੇ ਪਿਆਰੇ ਬਚਨ। ਧਰਨ ਭਰੈ ਉਰਵਾਰ ਨਾ ਜਾਈ। ਭਾਈ ਇਹ ਧਨ ਦਾ ਕਾਹਦਾ ਮਾਣ ਕਰਦਾ? ਇੱਕ ਦਿਨ ਐਸਾ ਹੋਣਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ। ਅੱਜ ਗੁਰੂ ਨਾਨਕ ਸਾਹਿਬ ਜੀ ਕੀ ਸਮਝਾਉਂਦੇ ਨੇ ਸਮੁੱਚੀ ਮਾਨਵਤਾ ਨੂੰ? ਸਾਡੇ ਸਿਰ ਤੇ ਮਹਿਰਾਮਤ ਭਰਿਆ ਹੱਥ ਰੱਖਦੇ ਨੇ, ਭਾਈ ਮਾਣ ਨਾ ਕਰ। ਫੁੱਲ ਦੇਖ, ਇਹ ਖਿੜਦਾ ਮੁਰਝਾ ਜਾਂਦਾ ਹੈ। ਇਹ ਧਨ ਨੂੰ ਜੋਬਨ ਨੂੰ ਸਮਝਦਾ ਕੀ ਹੈ? ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ। ਇਹ 4 ਦਿਨਾਂ ਦੀ ਖੇਡ ਤੈਨੂੰ ਫੁੱਲ ਹੀ ਲੱਗਦਾ ਨਾ। ਕੱਲੇ ਫੁੱਲ ਦੀ ਗੱਲ ਨਹੀਂ ਬੰਦਿਆ, ਤੇਰਾ ਵੀ ਜੀਵਨ ਇਸੇ ਤਰ੍ਹਾਂ ਹੈ। ਇਹ ਵੀ 4 ਦਿਨਾਂ ਦੀ ਖੇਡ ਹੈ। ਇਹ ਧਨ ਵੀ, ਇਹ ਤਨ ਵੀ। ਇੱਕ ਆਲਮ ਨੇ ਬੜਾ ਪਿਆਰਾ ਇੱਕ ਦੋਹਰਾ ਲਿਖਿਆ, ਨਾ ਕਰ ਖੁਦੀ ਤੇ ਗੁਮਾਨ ਮਰ ਜਾਹੇਗਾ। ਐਵੇਂ ਨਾ ਮਾਣ ਕਰਿਆ ਕਰ, ਧਨ ਜੋਬਨ ਥਿਰ ਨਾਹੇ ਅੰਤ ਪਛਤਾਹੇਗਾ। ਬੰਦਿਆ ਕਦੇ ਧਨ ਵੀ ਸਥਿਰ ਰਿਹਾ, ਤਨ ਵੀ ਸਥਿਰ ਰਿਹਾ। ਆਪਾਂ ਵੇਖਦੇ ਹਾਂ ਕਿ ਕਦੇ ਧਨ ਨਹੀਂ ਹੁੰਦਾ, ਕਦੇ ਬੜਾ ਪੈਸਾ ਆ ਜਾਂਦਾ, ਕਦੇ ਬੰਦਾ ਗਰੀਬ ਹੁੰਦਾ ਹੈ, ਕਦੇ ਅਮੀਰ ਹੋ ਜਾਂਦਾ। ਮਾਣ ਕਾਹਦਾ? ਇਹ ਸਰੀਰ ਕੱਲ ਤੱਕ ਬਚਪਨ ਵਿੱਚ ਸੀ, ਜਵਾਨੀ ਵਿੱਚ ਸੀ,
ਤੇ ਅੱਜ ਆਪਾਂ ਦੇਖਦੇ ਹਾਂ ਕਿ ਇਹ ਬੁਢੇਪੇ ਵਿੱਚ ਚਲਿਆ ਗਿਆ। ਕਾਹਦਾ ਮਾਣ? ਮਾਣ ਨਾ ਕਰੀਏ, ਅਹੰਕਾਰ ਨਾ ਕਰੀਏ ਧਨ ਦਾ। ਧਨ ਦਾ ਕਾਹਦਾ ਅਹੰਕਾਰ? ਜਿਹੜਾ ਅਹੰਕਾਰ ਕਰਦਾ ਹੈ ਨਾ, ਸਾਹਿਬ ਜੀ ਨੇ ਸਮਝਾਇਆ। ਭਗਤ ਨਾਮਦੇਵ ਜੀ ਉਹਨਾਂ ਦੇ ਬੜੇ ਪਿਆਰੇ ਬਚਨ ਕਿ ਜਦੋਂ ਇਹ ਅਹੰਕਾਰ ਕਰਦਾ ਹੈ, ਕਹਿੰਦਾ ਜੀ ਮੇਰੇ ਵਰਗਾ ਕੌਣ ਕਬਹੂ ਖੀਰ ਖਾਂਡ ਘਿਓ ਨਾ ਭਾਵੈ। ਕਦੇ ਇਹਨੂੰ 36 ਪ੍ਰਕਾਰ ਦੇ ਭੋਜਨ ਚੰਗੇ ਨਹੀਂ ਲੱਗਦੇ, ਮਿੱਠੇ ਤੋਂ ਮੈਦੇ ਤੋਂ ਬਣੇ ਹੋਏ ਖੀਰਾਂ ਚੰਗੀਆਂ ਨਹੀਂ ਲੱਗਦੀਆਂ, ਪੂੜੇ ਚੰਗੇ ਨਹੀਂ ਲੱਗਦੇ। ਕਬਹੂ ਘਰ ਘਰ ਟੂਕ ਮੰਗਾਵੇ ਭਾਈ। ਕਦੇ ਘਰ ਘਰ ਮੰਗਣਾ ਵੀ ਪੈਂਦਾ ਹੈ, ਕਦੇ ਬੜਾ ਧਨ ਹੁੰਦਾ, ਕਦੇ ਹੁੰਦਾ ਹੀ ਨਹੀਂ। ਇੱਕ ਦਾਸ YouTube ਤੇ ਇੰਟਰਵਿਊ ਸੁਣ ਰਿਹਾ ਸੀ ਕਿਸੇ ਦਾ। ਉਹ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਵਿਖੇ ਨਾ ਇੱਕ ਬੱਚਾ ਸੇਵਾ ਕਰਿਆ ਕਰਦਾ ਸੀ। ਦਿਨ ਐਸੇ ਕਿ ਪ੍ਰਸ਼ਾਦਾ ਨਹੀਂ ਸੀ ਮਿਲਦਾ, ਇੱਥੇ ਸੇਵਾ ਕਰਿਆ ਕਰਦਾ ਸੀ ਤੇ ਨਾਲੇ ਸ਼੍ਰੀ ਬੰਗਲਾ ਸਾਹਿਬ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕ ਲਿਆ ਕਰਦਾ ਸੀ। ਅਰਦਾਸ ਕਰਿਆ ਕਰਦਾ ਸੀ ਸੇਵਾ ਕਰਕੇ ਕਿ ਸਾਹਿਬ ਜੀ ਆਪ ਜੀ ਬਖਸ਼ਿਸ਼ ਕਰੋ, ਸਾਡੇ ਵੀ ਇਹ ਦਿਨ ਫੇਰੋ, ਸਾਡੇ ਤੇ ਕਿਰਪਾ ਕਰੋ। ਉਹ ਦੱਸ ਰਿਹਾ ਸੀ ਅੱਜ ਉਹਦੇ ਪਾਸ ਇਤਨਾ ਧਨ ਹੈ, ਉਹਨੂੰ ਆਪ ਨੂੰ ਵੀ ਨਹੀਂ ਪਤਾ। ਇਹ ਗੁਰੂ ਦੀ ਬਖਸ਼ਿਸ਼। ਸੇਵਾ ਕਰਾਂਗੇ, ਭਾਵਨਾ ਨਾਲ ਆਵਾਂਗੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਿਆ, ਭਾਵਨਾ ਨਾਲ ਸੇਵਾ ਕਰਾਂਗੇ, ਕੌਡੀ ਵੀ ਅਰਪਣ ਕਰੀਏ, ਪਰ ਵਿਖਾਵੇ ਮਾਤਰ ਨਾ ਹੋਵੇ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਖਜ਼ਾਨੇ ਖੋਲ ਦਿੰਦਾ ਹੈ, ਧਿਆਨ ਦੇਣਾ। ਪਰ ਜਦੋਂ ਕੋਈ ਅਹੰਕਾਰ ਕਰਦਾ, ਜਦੋਂ ਕਹਿੰਦਾ ਕਿ ਮੇਰੀ ਪਹੁੰਚ ਬੜੀ ਹੈ, ਧਨ ਬੜਾ ਹੈ, ਮੇਰਾ ਰੁਤਬਾ ਬੜਾ ਹੈ, ਮੇਰਾ ਜੋਬਨ ਬੜਾ ਹੈ, ਦਾਤਾ ਜੀ ਆ ਸਮਝਾਉਂਦੇ ਬੰਦਿਆ ਕਾਹਦਾ ਮਾਣ, ਕਾਹਦਾ ਮਾਣ ਕਰਦਾ? ਇਹ ਤਾਂ ਕੂੜਾ ਹੈ, ਝੂਠ ਹੈ। ਕਬਹੂ ਕੂਰਨ ਚਨੇ ਬਿਨਾਵੇ। ਅਗਲੇ ਬਚਨ ਕਿ ਕਦੇ ਬੜੇ ਪ੍ਰਕਾਰ ਦੇ ਭੋਜਨ, ਕਦੇ ਕੂੜੇ ਦੇ ਵਿੱਚੋਂ, ਕੂੜੇ ਵਿੱਚੋਂ ਕੀ ਕਰਦਾ? ਚਣੇ ਇਹ ਚੁਗਦਾ ਹੈ, ਕੂੜੇ ਵਿੱਚੋਂ ਕਹਿੰਦਾ ਮੈਨੂੰ ਕੁਝ ਖਾਣ ਨੂੰ ਮਿਲ ਜਾਏ। ਇਹ ਦਿਨ ਆ ਗਏ। ਜਿਉਂ ਰਾਮ ਰੱਖੈ ਤਿਉਂ ਰਹੀਐ ਰੇ ਭਾਈ। ਜਿਵੇਂ ਰੱਬ ਰੱਖਦਾ ਰਹਿ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਭਾਈ ਰੱਬ ਦੀ ਮਹਿਮਾ ਨੂੰ ਕੀ ਜਾਣਦਾ ਹੈ? ਕੋਈ ਬਿਆਨ ਨਹੀਂ ਕਰ ਸਕਦਾ ਕਿ ਕੀ ਹੋਣਾ। ਇੱਥੇ ਬੜੇ ਬੜੇ ਅਮੀਰ ਰੋਟੀ ਖਾਣ ਨੂੰ ਨਾ ਮਿਲੇ, ਬੜੇ ਗਰੀਬ ਅਮੀਰ ਹੋ ਗਏ। ਜੇ ਧਨ ਹੈ ਸਾਡਾ ਸੇਵਾ ਵਿੱਚ ਲੱਗੇ, ਧਨ ਹੈ ਸੇਵਾ ਦੇ ਵਿੱਚ ਲੱਗੇ। ਇਹ ਨਹੀਂ ਹੈ ਕਿ ਅਹੰਕਾਰ ਦੇ ਵਿੱਚ ਕਿ ਮੇਰੇ ਵਰਗਾ ਕੌਣ। ਜਿਹੜਾ ਅਹੰਕਾਰ ਕਰਦਾ ਹੈ, ਰੱਬ ਦਾ ਨਾਮ ਨਹੀਂ ਜਪਦਾ, ਸਾਹਿਬ ਜੀ ਸਮਝਾਉਂਦੇ ਖਸਮੈ ਨਦਰੀ ਕੀੜਾ ਆਵੇ। ਉਹਦੀ ਔਕਾਤ ਕੀ ਹੈ? ਕੀੜੇ ਜਿੰਨੀ। ਅੱਜ ਸਾਹਿਬ ਜੀ ਸਮਝਾਉਂਦੇ ਨੇ ਇਹ ਧਨ, ਇਹ ਤਨ, ਇਹ ਜੋਬਨ, ਇਹ ਜਾਣ ਲੈ ਇਹ ਖੇਡ 4 ਦਿਨਾਂ ਦੀ ਹੈ। ਜਿਵੇਂ ਫੁੱਲ ਖਿੜਿਆ ਉਹਨੇ ਮੁਰਝਾ ਜਾਣਾ। ਬੰਦਿਆ ਤੂੰ ਵੀ ਆਇਆ। ਇਹ ਤਨ, ਇਹ ਧਨ ਕਾਹਦਾ ਮਾਣ ਕਰਦਾ? ਕਾਹਦਾ ਮਾਣ ਕਰਦਾ? 4 ਦਿਨਾਂ ਦੀ ਖੇਡ ਹੈ। ਕਿਵੇਂ? ਪੱਬਣ ਕੇਰੇ ਪੱਤ ਜਿਉ। ਅਗਲੇ ਬਚਨ ਪੱਬਣ ਕੇਰੇ ਪੱਤ ਜਿਉ। ਦਰਿਆ ਦੇ, ਨਦੀ ਦੇ ਕੰਢੇ ਨਾ ਇੱਕ ਪੌਦਾ ਹੈ, ਉਹਨੂੰ ਕਹਿੰਦੇ ਚੁਪੱਤੀ। ਇਹ ਜੋ ਚੁਪੱਤੀ ਹੈ, ਇਹਦੀ ਜ਼ਿੰਦਗੀ ਪਤਾ ਕਿਤਨਾ ਚਿਰ ਹੈ? ਜਿਤਨਾ ਚਿਰ ਪਾਣੀ ਦਾ ਵਹਾਅ ਹੈ ਇਹਦੀ ਜ਼ਿੰਦਗੀ ਹੈ। ਜਿਸ ਦਿਨ ਪਾਣੀ ਢਲ ਗਿਆ, ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁਮਣ ਹਾਰ। ਢਲ ਢੁੱਲ ਜੁਮਣ ਹਾਰ ਨਾਸ਼ ਹੋ ਗਿਆ, ਢਲ ਢੁੱਲ ਮੁਰਝਾ ਗਿਆ। ਭਾਈ ਆਪਣੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਜਾਣ।
ਜਿਵੇਂ ਚੁਪੱਤੀ ਉਹ ਪੌਦਾ ਪਾਣੀ ਕਰਕੇ ਹੈ, ਜਦੋਂ ਪਾਣੀ ਥੱਲੇ ਗਿਆ ਇਹ ਵੀ ਮੁਰਝਾ ਗਿਆ। ਜਦੋਂ ਤੱਕ ਸਾਹ ਚੱਲਦੇ ਤੋ ਆਦਮੀ ਹੈ, ਹਮ ਆਦਮੀ ਹਾਂ ਇੱਕਦਮ। ਦਮ ਆਇਆ ਤੇ ਆਦਮੀ ਆ, ਨਹੀਂ ਤਾਂ ਮਿੱਟੀ ਦੀ ਢੇਰੀ। ਭਗਤ ਰਵਿਦਾਸ ਜੀ ਨੇ ਬਿਲਕੁਲ ਇਹੀ ਉਦਾਹਰਨ ਲਈ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਜਿਵੇਂ ਚੁਪੱਤੀ ਇਹ ਰਹਿੰਦੀ ਹੈ ਜਲ ਦੇ ਪਾਣੀ ਦੇ ਪਾਸ। ਧੰਨ ਰਵਿਦਾਸ ਜਨਮੇ ਜਾਗੇ ਹੋਏ। ਚੁਪੱਤੀ ਕਾਹਦੇ ਕਰਕੇ ਜੀਵਤ ਤੇ ਪਾਣੀ ਕਰਕੇ। ਭਗਤ ਜਨ ਅਗਰ ਜਿਉਂਦਾ ਰਹਿੰਦਾ ਹੈ, ਉਹ ਜਿਉਂਦਾ ਰਹਿੰਦਾ ਸਾਧ ਸੰਗਤ ਪਰਮੇਸ਼ਰ ਕਰਕੇ, ਉਸ ਦੇ ਨਾਮ ਕਰਕੇ। ਮਾਣ ਨਾ ਕਰ ਇਸ ਧਨ ਦਾ, ਇਸ ਤਨ ਦਾ। ਇਹ ਨਹੀਂ ਕਿ ਧਨ ਨਹੀਂ ਹੋਣਾ ਚਾਹੀਦਾ। ਛੇਵੇਂ ਪਾਤਸ਼ਾਹ ਜੀ ਨੇ ਫਰਮਾਇਆ ਸੀ, ਦੌਲਤ ਗੁਜ਼ਰਾਨ। ਧਨ ਤੇ ਚਾਹੀਦਾ, ਧਨ ਚਾਹੀਦਾ ਹੈ, ਪਰ ਧਨ ਦਾ ਅਹੰਕਾਰ ਨਹੀਂ ਚਾਹੀਦਾ ਕਿ ਮੇਰੇ ਪਾਸ ਬੜਾ ਧਨ ਨਹੀਂ। ਇਹ ਮਾੜਾ ਹੈ। ਧਨ ਨਹੀਂ ਹੋਏਗਾ। ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ, ਗ੍ਰਹਿ ਸ਼ੋਭਾ ਜਾਕੇ ਰੇ ਨਾਹੀਂ, ਆਵਤ ਪਹੀਆ ਖੁਦੇ ਜਾਹੇ। ਗ੍ਰਹਿ ਸ਼ੋਭਾ ਇਹਦਾ ਅਰਥ ਹੈ ਮਾਇਆ। ਜਿਹਦੇ ਪਾਸ ਧਨ ਨਹੀਂ, ਕੋਈ ਆ ਗਿਆ ਲੋੜਵੰਦ, ਕਿਸੇ ਨੇ ਪ੍ਰਸ਼ਾਦਾ ਛਕਣਾ, ਆਪਣੇ ਘਰ ਆਟਾ ਕੋਈ ਨਹੀਂ, ਕਿਸੇ ਨੂੰ ਕੀ ਛਕਾਵਾਂਗੇ, ਕਿਉਂਕਿ ਆਪਣੇ ਘਰ ਹੀ ਆਟਾ ਕੋਈ ਨਹੀਂ। ਆਵਤ ਪਹੀਆ ਖੁਦੇ ਜਾਹੇ, ਖਾਲੀ ਗਿਆ, ਭੁੱਖਾ ਗਿਆ। ਵਾਕਿਆ ਅੰਤਰ ਨਹੀਂ ਸੰਤੋਖ। ਉਸ ਬੰਦੇ ਅੰਦਰ ਸੰਤੋਖ ਕਿੱਥੇ? ਬਿਨ ਸੁਹਾਗਨ ਲੱਗਿਆ ਦੋਖ। ਗ੍ਰਸਤੀ ਨੂੰ ਦੁੱਖ ਲੱਗਦਾ ਹੈ। ਕਿਹੜਾ ਦੁੱਖ ਕਿ ਧਨ ਨਹੀਂ, ਆਪਣੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਤੇ ਫਿਰ ਸੇਵਾ ਕਿਵੇਂ ਕਰਾਂਗੇ? ਬੜਾ ਔਖਾ ਹੈ। ਧਨ ਸੁਹਾਗਨ ਮਹਾਪਵੀਤ। ਹੇ ਧਨ, ਹੇ ਮਾਇਆ, ਤੂੰ ਪਵਿੱਤਰ ਹੈ। ਮਾੜਾ ਕਦੋਂ ਕਿਹਾ ਹੈ? ਦਾਸ ਬੇਨਤੀ ਕਰੇ, ਮਾੜੀ ਉਦੋਂ ਹੈ ਮਾਇਆ ਧਨ ਜਦੋਂ ਬੰਦਾ ਕਹਿੰਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ, ਕਿ ਹੁਣ ਮੈਂ ਹੀ ਮਾਲਕ ਹਾਂ। ਜ਼ਰ ਸਿਕੰਦਰ ਨੇ ਜਮਾ ਕਰ ਕਹਿ ਦਿਆ ਹੂੰ ਮੈਂ ਖੁਦਾ। ਸਿਕੰਦਰ ਨੇ ਧਨ ਜੋੜਿਆ, ਮਲਕੀਅਤ ਹਾਸਲ ਕੀਤੀ, ਕਹਿਣ ਲੱਗਾ ਮੈਂ ਰੱਬ ਬਣ ਗਿਆ। ਉਦੋਂ ਮਾੜਾ ਹੈ। ਵੈਸੇ ਧਨ ਚਾਹੀਦਾ। ਧਨ ਸੁਹਾਗਨ ਮਹਾਪਵੀਤ। ਅਗਲੇ ਬਚਨ, ਤਪੇ ਤਪੀਸਰ ਡੋਲਾ ਚੀਤ ਤਪੇ। ਕਿ ਧਨ ਨਹੀਂ, ਭਾਵੇਂ ਬੜਾ ਕੋਈ ਬੰਦਗੀ ਵਾਲਾ, ਉਹ ਵੀ ਵੇਖਦਾ ਹੁਣ ਘਰ ਦਾ ਆਟਾ ਆਣਾ ਕਿਵੇਂ, ਖਰਚੇ ਕਿਵੇਂ ਚਲਾਣੇ, ਆਪਣੇ ਵਾਹਨ ਦੇ ਵਿੱਚ ਪੈਟਰੋਲ ਕਿੱਥੋਂ ਪਵਾਉਣਾ। ਜਿਹੜਾ ਬੰਦਾ ਕਹਿੰਦਾ ਨਾ ਮੈਂ ਧਨ ਦਾ ਤਿਆਗੀ ਹਾਂ, ਇਹ ਸੱਚੇ ਕਿ ਸਮਝੋ ਉਹ ਬੰਦਾ ਦੁਨੀਆ ਦਾ ਸਭ ਤੋਂ ਝੂਠਾ ਹੈ। ਕਿਉਂਕਿ ਸਾਹਿਬ ਜੀ ਨੇ ਜਦੋਂ ਬਚਨ ਹੀ ਫਰਮਾ ਦਿੱਤੇ, ਤਪੇ ਤਪੀਸਰ ਡੋਲਾ ਚੀਤ, ਕਿ ਧਨ ਨਾ ਹੋਵੇ ਤੇ ਮਨ ਕੀ ਡੋਲਦਾ ਹੈ ਕਿ ਹੁਣ ਗੁਜ਼ਾਰਾ ਕਿਵੇਂ ਹੋਏਗਾ। ਧਨ ਹੋਏਗਾ ਤੇ ਤਾਂ ਹੀ ਗੁਜ਼ਾਰਾ ਹੋਏਗਾ ਨਾ। ਤੇ ਜਿਹੜਾ ਬੰਦਾ ਕਹਿੰਦਾ ਮੈਂ ਬੜਾ ਵੱਡਾ ਤਿਆਗੀ ਆ, ਪਖੰਡ ਕਰਦਾ। ਇੱਕ ਸੰਨਿਆਸੀ ਉਹ ਕਹਿਣ ਲੱਗਾ, ਜੀ ਮੈਂ ਬੜਾ ਤਿਆਗੀ ਆ, ਸ਼ਾਮ ਨੂੰ ਹਿਸਾਬ ਕਰਨ ਬੈਠਿਆ ਕਰੇ। ਇੱਕ ਕੋਈ ਗਿਆ, ਉਹਨੇ ਦੇਖਿਆ 2 ਘੰਟੇ ਹਿਸਾਬ ਕੀਤਾ, ਕਿੱਥੇ ਖਰਚਾ ਕੀ ਲੱਗਾ। ਜਿਹੜਾ ਪਾਸ ਬੈਠਾ ਸੀ ਨਾ ਵਿਦਵਾਨ, ਉਹ ਕਹਿਣ ਲੱਗਾ, ਸੰਨਿਆਸੀ ਜੀ, ਮੁਨੀ ਜੀ, ਤੁਸੀਂ ਤਿਆਗੀ ਹੋ ਧਨ ਦੇ? ਕਹਿਣ ਲੱਗਾ ਹਾਂ ਜੀ ਮੈਂ ਤਿਆਗੀ ਆ। ਕਹਿਣ ਲੱਗਾ, ਜੀ ਬਸ ਕੱਲਾ ਹੱਥ ਹੀ ਨਹੀਂ ਲਾਉਂਦੇ, ਸੁਰਤ ਤੁਹਾਡੀ ਧਨ ਦੇ ਵਿੱਚ। ਇਹਦੇ ਨਾਲੋਂ ਚੰਗਾ ਤੇ ਆਪੇ ਹੀ ਤੁਸੀਂ ਆਪਣੀ ਅਲਮਾਰੀ 'ਚ ਰੱਖੋ, ਇਹਨੂੰ ਜੰਦਰਾ ਲਾਵੋ। ਸਾਰਾ ਦਿਨ ਤੇ ਧਿਆਨ ਤੁਹਾਡਾ ਇਹੀ ਹੁੰਦਾ ਸੇਵਕਾਂ 'ਚ ਕਿ ਕੌਣ ਕਿੰਨੇ ਲੈ ਗਿਆ, ਕਿੰਨੇ ਰੱਖ ਗਿਆ, ਸ਼ਾਮ ਨੂੰ ਹਿਸਾਬ ਕਰਦੇ ਹੋ। ਇਹ ਸਭ ਤੋਂ ਵੱਡਾ ਪਖੰਡ ਹੈ। ਇਹ ਸਭ ਤੋਂ ਵੱਡਾ ਬੰਦਾ ਦੁਨੀਆ ਦਾ ਝੂਠਾ ਹੈ, ਜਿਹੜਾ ਕਹਿੰਦਾ ਮੈਨੂੰ ਧਨ ਦੀ ਲੋੜ ਨਹੀਂ। ਆਪ ਜੀ ਸਾਰੇ ਸਿਆਣੇ ਹੋ। ਜਿਹੜਾ ਕਹਿੰਦਾ ਮੈਨੂੰ ਧਨ ਦੀ ਲੋੜ ਨਹੀਂ, ਉਹ ਸਮਝੋ ਝੂਠ ਬੋਲਦਾ। ਆਪ ਮਨ ਕਰਕੇ, ਸੁਰਤ ਕਰਕੇ ਧਨ ਦੇ ਵਿੱਚ ਹੋਏਗਾ। ਸਾਹਿਬ ਜੀ ਨੇ ਅੱਜ ਸਮਝਾਇਆ
ਕਿ ਧਨ ਜੋਬਨ ਇਹਦਾ ਮਾਣ ਨਾ ਕਰੀ। ਧਨ ਹੋਵੇ, ਜੋਬਨ ਹੋਵੇ, ਸੁੰਦਰਤਾ ਹੋਵੇ, ਪਰ ਮਾਣ ਨਾ ਹੋਵੇ। ਮਾਣ ਕਾਹਦਾ ਕਰਨਾ? ਪਤਾ ਨਹੀਂ ਕਿ ਬਣਨਾ ਕੀ ਹੈ, ਪਤਾ ਨਹੀਂ ਕੀ ਖੇਡ ਵਰਤਣੀ ਹੈ। ਸਾਹਿਬ ਜੀ ਅੱਜ ਸਮਝਾਉਂਦੇ ਨੇ ਕਿ ਭਾਈ ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, 4 ਦਿਨਾਂ ਦੀ ਖੇਡ ਨੇ। ਬੱਬਣ ਕੇਰੇ ਪਤ ਜਿਉ ਢਲ ਢੁਲ ਜੁੰਮਣ ਹਾਰ। ਅਗਲੇ ਬਚਨ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁੱਲਾ। ਨੌ ਹੁੱਲਾ ਇਹ ਰਹਾਉ ਬੰਦ। ਨੌ ਹੁੱਲਾ ਦਾ ਅਰਥ ਹੈ ਕਿ ਨਵਾਂ, ਨਵੇਂ ਹੁਲਾਰੇ ਵਾਲਾ। ਹੇ ਮੇਰੇ ਸੱਜਣਾ, ਕਿ ਜਦੋਂ ਤੱਕ ਤੂੰ ਜਵਾਨ ਹੈ, ਤੇਰਾ ਸਰੀਰ ਕੰਮ ਕਰਦਾ, ਰੰਗ ਮਾਣ ਲੈ। ਰੰਗ ਮਾਣ ਲੈ ਦਾ ਅਰਥ ਹੈ ਕਿ ਨਾਮ ਦਾ, ਸੇਵਾ ਦਾ ਆਨੰਦ ਲੈ ਲੈ। ਆਤਮਿਕ ਆਨੰਦ ਮਾਣ, ਰੱਬ ਦਾ ਨਾਮ ਜਪ, ਉਹਦੇ ਗੁਣਾਂ ਨੂੰ ਗਾ। ਜਾ ਜੋਬਨ ਨਾਉ ਹੁੱਲਾ। ਜਦੋਂ ਤੱਕ ਜੋਬਨ ਹੈ, ਹੁਲਾਰੇ ਵਾਲਾ, ਜਦੋਂ ਤੱਕ ਜੋਬਨ ਹੈ, ਆਨੰਦ ਮਾਣ ਲੈ ਰੱਬ ਦੇ ਨਾਮ ਦਾ। ਫਿਰ ਨਹੀਂ ਤੇ ਕੀ ਹੋਣਾ ਹੈ? ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਰਹਾਉ ਥੋੜੇ ਦਿਨਾਂ ਦੀ ਖੇਡ ਹੈ। ਇੱਕ ਦਿਨ ਕੀ ਹੋਣਾ ਹੈ ਕਿ ਇਹ ਚੋਲਾ ਭਾਵ ਸਰੀਰ ਇਹਨੇ ਜ਼ਰਰੀ ਹੋ ਜਾਣਾ ਹੈ, ਬਜ਼ੁਰਗ ਹੋ ਜਾਣਾ ਹੈ। ਰੰਗ ਮਾਣ ਜਦੋਂ ਤੱਕ ਜਵਾਨੀ ਹੈ। ਬਾਬਾ ਫਰੀਦ ਜੀ ਸ਼ਕਰਗੰਜ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ। ਜਵਾਨੀ ਵਿੱਚ ਇਹਨਾਂ ਲੱਤਾਂ ਦੇ ਸਹਾਰੇ ਕਿੱਥੇ ਕਿੱਥੇ ਘੁੰਮ ਆਉਂਦੇ ਸੀ। ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਬਾਬਾ ਫਰੀਦ ਜੀ ਫਰਮਾਉਂਦੇ ਅੱਜ ਬਜ਼ੁਰਗੀ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਘੜਾ ਹੈ, ਪਾਣੀ ਹੈ, 100 ਕੋਹਾਂ ਤੇ ਹੋਵੇ। ਜਵਾਨੀ ਵਿੱਚ ਕਿੱਥੇ ਕਿੱਥੇ ਜਾਂਦੇ ਸੀ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ, ਵਿਰਲੇ ਕੀ ਪਾਈਨ ਜਿਨ੍ਹਾਂ ਪਿਆਰੇ ਨੇਹ। ਹੇ ਫਰੀਦ, ਜਦੋਂ ਤੱਕ ਸੁਵੰਨੜੀ ਦੇਹ ਹੈ, ਰੰਗ ਮਾਣ ਲੈ ਪਿਆਰਿਆ। ਰੰਗ ਮਾਣ ਜਾ ਜੋਬਨ ਨਾਉ ਹੁੱਲਾ। ਜਵਾਨੀ ਹੈ, ਰੱਬ ਦਾ ਨਾਮ ਜਪ। ਇੱਕ ਦਿਨ ਇਹ ਸਰੀਰ ਜ਼ਰਰੀ ਹੋ ਜਾਣਾ, ਬਜ਼ੁਰਗ ਹੋ ਜਾਣਾ। ਬਾਬਾ ਫਰੀਦ ਜੀ ਸ਼ਕਰਗੰਜ, ਉਹਨਾਂ ਨੇ ਜਦੋਂ ਇਹ ਫਰਮਾਇਆ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ। ਕਾਲੀ ਦਾ ਅਰਥ ਹੈ ਕਿ ਜਿਨ੍ਹਾਂ ਨੇ ਜਵਾਨੀ ਵਿੱਚ ਸਿਫਤ ਸਲਾਹ ਨਹੀਂ ਕੀਤੀ। ਧੌਲੀ ਚਿੱਟੇ ਆ ਗਏ, ਰਾਵੇ ਕੋਈ, ਕੋਈ ਭਾਗਾਂ ਵਾਲਾ ਜਪਦਾ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ ਸਾਈਂ ਨਾਲ ਪ੍ਰੇਮ ਕਰ। ਸਿਫਤ ਸਲਾਹ ਦਾ ਰੰਗ ਬੜਾ ਚੜ੍ਹਦਾ ਹੈ, ਉਹਦੇ ਨਾਲ ਪ੍ਰੇਮ ਕਰ। ਮਹੱਲਾ ਤੀਜਾ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚਿਆ ਸਭ ਕੋਈ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਕਾਲੀ ਧੌਲੀ ਸਾਹਿਬ ਸਦਾ ਹੈ। ਕਿ ਭਾਵੇਂ ਜਵਾਨੀ ਹੈ, ਭਾਵੇਂ ਬਜ਼ੁਰਗੀ ਹੈ, ਬੰਦੇ ਦੇ ਵੱਸ ਦੀ ਗੱਲ ਨਹੀਂ। ਬੰਦਾ ਜਪ ਸਕਦਾ, ਜਪੇ, ਉਸ ਦੀ ਸਿਫਤ ਸਲਾਹ ਕਰੇ ਬੰਦਾ। ਪਰ ਬੰਦਾ ਕਹੇ ਕਿ ਮੈਂ ਆਪਣੀ ਮਿਹਨਤ ਨਾਲ, ਮੈਂ ਮਸ਼ੱਕਤ ਦੇ ਨਾਲ ਪਾ ਲਵਾਂਗਾ। ਸਾਹਿਬ ਜੀ ਨੇ ਗੁਰਬਾਣੀ ਵਿੱਚ ਸ਼ਬਦ ਵਰਤਿਆ ਨਦਰ, ਕਰਮ, ਬਖਸ਼ੀਸ਼।
ਉਹਦੀ ਬਖਸ਼ਿਸ਼ ਹੋਣੀ ਬੜੀ ਜ਼ਰੂਰੀ ਹੈ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚਿਆ ਸਭ ਕੋਈ। ਸਾਰੇ ਕਹਿੰਦੇ ਪਰ ਇਹ ਤੇ ਖਸਮ ਅਕਾਲ ਪੁਰਖ ਨੂੰ ਪਤਾ ਹੈ ਕਿਹਨੂੰ ਰੰਗਣਾ ਕਿਹਨੂੰ ਨਹੀਂ। ਜਵਾਨੀ ਵਿੱਚ ਵੀ ਬੁਢੇਪੇ ਵਿੱਚ ਵੀ ਜਿਹਦੇ ਤੇ ਉਹ ਬਖਸ਼ਿਸ਼ ਕਰੇ। ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਛੋਟੀ ਜੀ ਆਰਜ਼ਾ ਗਰੀਬ ਨਿਵਾਜ਼ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਤੇ ਸ਼ੁਭਾਇਮਾਨ ਹੋਏ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ 60 ਸਾਲਾਂ ਤੋਂ ਬਾਅਦ ਆਏ। ਇਹ ਵੀ ਕੀ ਸਾਈਂ ਅਕਾਲ ਪੁਰਖ ਦੀ ਇਹ ਕਿਰਪਾ ਹੈ ਕਿ ਕਦੋਂ ਲਾਉਣਾ ਹੈ। ਉਹ ਜਵਾਨੀ ਵਿੱਚ ਵੀ ਕਿਰਪਾ ਕਰ ਦਿੰਦਾ, ਬੁਢੇਪੇ ਵਿੱਚ ਵੀ। ਸਾਹਿਬ ਜੀ ਸਮਝਾਉਂਦੇ ਨੇ ਅੱਜ ਰਹਾਓ ਬੰਦ ਹੈ ਕਿ ਭਾਈ ਇਹ ਦਿਨ ਥੋੜੇ ਨੇ, ਇਹ ਚੋਲਾ ਪੁਰਾਣਾ ਹੋ ਜਾਣਾ, ਇਹ ਸਰੀਰ ਜ਼ਰਰੀ ਹੈ, ਇਸ ਨੂੰ ਜਰ ਪਹੁੰਚਿਆ ਆਏ। ਇਹ ਸਰੀਰ ਕੀ ਹੈ? ਜ਼ਰਰੀ। ਇੱਥੇ ਜ਼ਰਰੀ ਦਾ ਅਰਥ ਹੈ ਨਾਸ਼ਵੰਤ। ਜਰ ਬੁਢੇਪਾ ਕਿ ਜਿਹੜਾ ਸਰੀਰ ਹੈ ਇੱਕ ਦਿਨ ਇਹਨੂੰ ਬੁਢੇਪਾ ਵੀ ਆਉਂਦਾ। ਵਿਦਵਾਨਾਂ ਨੇ ਜਰ ਦਾ ਉਚਾਰਨ ਜ਼ਰ ਵੀ ਕੀਤਾ, ਬੁਢੇਪਾ ਜ਼ਰ ਬਿੰਦੇ ਨਾਲ। ਇਹ ਸਰੀਰ ਕੀ ਹੈ? ਨਾਸ਼ਵੰਤ। ਇੱਕ ਦਿਨ ਬੁਢੇਪਾ ਵੀ ਆਉਣਾ ਹੀ ਆਉਣਾ। ਨੈਨੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁਧਵਾਨੀ, ਰੋਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਹੁਣ ਕੀ ਕਰੇਗਾ? ਬਜ਼ੁਰਗੀ ਆ ਗਈ, ਬੁਢੇਪਾ ਇਹ ਆਉਣਾ ਹੈ। ਸ਼ੇਖ ਸ਼ਾਦੀ ਜੀ ਲਿਖਦੇ, ਇੱਕ ਵਾਰ ਮੈਂ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ, ਮੈਂ ਉੱਚਾ ਨੀਵਾਂ ਬੋਲਿਆ, ਮਾਤਾ ਪਿਤਾ ਨੂੰ ਚੰਗਾ ਮਾੜਾ ਕਹਿਆ। ਸਾਡੇ ਬਜ਼ੁਰਗ ਕਹਿਣ ਲੱਗੇ, ਮਾਤਾ ਪਿਤਾ ਕਹਿਣ ਲੱਗੇ, ਮਾਂ ਰੋਣ ਲੱਗ ਪਈ। ਮੈਂ ਕਿਹਾ ਮਾਂ ਕਿਉਂ ਰੋ ਰਹੀ ਹੈ? ਸ਼ਾਦੀ ਤੇਰੀਆਂ ਗੱਲਾਂ ਤੋਂ ਤੂੰ ਭੁੱਲ ਗਿਆ, ਤੂੰ ਨਹੀਂ ਬਜ਼ੁਰਗ ਹੋਣਾ, ਤੂੰ ਵੀ ਹੋਣਾ ਹੈ। ਮਰ ਅਸੀਂ ਵੀ ਜਾਣਾ ਤੇ ਮਰ ਤੂੰ ਵੀ ਜਾਣਾ। ਬਜ਼ੁਰਗੀ ਇਹਦੇ ਵਿੱਚ ਜਿਹੜੇ ਬੱਚੇ ਨੇ ਨਾ, ਇਹ ਸਹਾਰਾ ਹੁੰਦੇ। ਮਾਤਾ ਪਿਤਾ ਬੜੇ ਚਾਵਾਂ ਨਾਲ ਲਾਡਾਂ ਨਾਲ ਪਾਲਦੇ, ਪਰ ਬੁਢੇਪੇ ਵਿੱਚ ਕੀ ਹੁੰਦਾ ਹੈ? ਅੱਜ ਕੱਲ੍ਹ ਤੇ ਐਸਾ ਹੈ ਕਿ ਬੜੀਆਂ ਸਰਾਵਾਂ ਐਸੇ ਸਥਾਨ ਬਣ ਗਏ ਬਜ਼ੁਰਗਾਂ ਦੀ ਸੇਵਾ ਸੰਭਾਲ। ਮਾਤਾ ਪਿਤਾ ਬੜੇ ਚਾਵਾਂ ਲਾਡਾਂ ਨਾਲ ਪਾਲਦੇ ਨੇ। ਇੱਕ ਖਲੀਲ ਜਿਬਰਾਨ ਭਾਈ ਪਿਆਰਾ ਸਿੰਘ ਪਦਮ ਜੀ ਨੇ ਕਿਤਾਬ ਲਿਖੀ, ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਜਿਵੇਂ ਅੱਜ ਸਾਹਿਬ ਜੀ ਸਮਝਾਉਂਦੇ ਨੇ, ਇੱਕ ਦਿਨ ਬਜ਼ੁਰਗ ਹੋਣਾ ਹੈ, ਸਾਰਿਆਂ ਨੇ ਹੋਣਾ, ਮਰਨਾ ਸਾਰਿਆਂ ਨੇ ਹੈ। ਇੱਕ ਮਾਂ ਬਜ਼ੁਰਗ, ਉਹਦਾ ਪੁੱਤਰ ਜੂਆ ਖੇਡਦਾ, ਨਸ਼ਾ ਕਰਦਾ, ਸ਼ਰਾਬ ਪੀਂਦਾ, ਤੰਬਾਕੂ ਖਾਂਦਾ। ਮਾਂ ਸਮਝਾਉਂਦੀ, ਸਮਝਦਾ ਨਹੀਂ। ਕਿਤੇ ਨਾ ਮਾਂ ਇਹ ਉੱਠਿਆ, ਮਾਂ ਨੇ ਇਹਦਾ ਪੰਘੂੜਾ ਕੱਪੜੇ ਸਾਰੇ ਇਕੱਠੇ ਕੀਤੇ। ਮਾਤਾ ਪਿਤਾ ਛੋਟੇ ਬੱਚਿਆਂ ਦੇ ਨਾ ਪਿੰਡਾਂ 'ਚ ਅੱਜ ਵੀ ਸਾਂਭ ਕੇ ਰੱਖਦੇ ਉਹਨਾਂ ਦੇ ਕੱਪੜੇ ਇਕੱਠੇ ਕੀਤੇ। ਮਾਂ ਨੇ ਅੱਗ ਲਾ ਦਿੱਤੀ ਤੇ ਮਾਂ ਨੇ ਉੱਪਰ 2 ਸਿੰਖਾਂ ਰੱਖ ਲਈਆਂ। ਸਿੰਖਾਂ ਰੱਖੀਆਂ, ਉਹ ਕਹਿਣ ਲੱਗਾ ਮਾਂ ਇਹ ਕੀ ਕਰ ਰਹੀ ਹੈ? ਉਹ ਕਹਿਣ ਲੱਗੀ ਬੇਟਾ ਮੈਂ ਤੇਰੇ ਬਚਪਨ ਦੀਆਂ ਯਾਦਾਂ ਰੱਖਣੀਆਂ ਨਹੀਂ ਚਾਹੁੰਦੀ। ਸਿੰਖਾਂ ਗਰਮ ਕੀਤੀਆਂ, ਲਾਲ ਹੋਈਆਂ। ਕਹਿਣ ਲੱਗੇ ਬੇਟਾ ਇੱਕ ਉਪਕਾਰ ਕਰ, ਇਹ ਸਿੰਖਾਂ ਹੁਣ ਨਾ ਮੇਰੀ ਅੱਖਾਂ 'ਚ ਮਾਰ ਦਿਓ। ਕਹਿਣ ਲੱਗਾ ਮਾਂ ਇਹ ਕੀ ਕਹਿ ਰਹੀ ਹੈ? ਉਹ ਕਹਿਣ ਲੱਗੀ ਮੈਂ ਸੱਚ ਕਹਿ ਰਹੀ ਹਾਂ, ਮੈਂ ਤੈਨੂੰ ਪਾਲਿਆ, ਆਪ ਮੈਂ ਗਿੱਲੇ ਤੇ ਸੁੱਤੀ, ਆਪ ਅੱਧੀ ਖਾਧੀ ਤੈਨੂੰ ਪੂਰੀ ਦਿੱਤੀ। ਮੈਂ ਦਿਹਾੜੀਆਂ ਮਜ਼ਦੂਰੀਆਂ ਕਰਕੇ ਪਾਲਿਆ,
ਪਰ ਰੋਜ਼ਾਨਾ ਤੂੰ ਨਸ਼ਾ ਕਰਕੇ ਮੈਨੂੰ ਮਾਰਦਾ, ਦੁੱਖ ਦੇਣਾ। ਮੈਂ ਬਜ਼ੁਰਗੀ ਦੇ ਵਿੱਚ ਵੀ ਲੋਕਾਂ ਦੇ ਘਰ ਭਾਂਡੇ ਮਾਂਜਦੀ ਹਾਂ, ਇੱਕ ਹੁਣ ਉਪਕਾਰ ਕਰੀ, ਇਹ ਸਿੱਖਾਂ ਮੇਰੀ ਅੱਖਾਂ 'ਚ ਲਾ ਕੇ ਨਾ ਮੈਨੂੰ ਅੰਨਾ ਕਰਕੇ ਚੌਂਕ 'ਚ ਬਿਠਾ ਦੇਈ, ਮੈਨੂੰ ਕੋਈ ਆਪੇ ਕੋਈ ਦੇ ਜਾਏਗਾ। ਪੁੱਤਰ ਨੇ ਸੁਣਿਆ, ਉਹਦਾ ਦਿਲ ਪੰਘਰ ਗਿਆ। ਉਹਨੇ ਆਪਣੀ ਮਾਂ ਦੇ ਪੈਰਾਂ ਤੇ ਮੱਥਾ ਟੇਕਿਆ, ਪੈਰ ਫੜ ਲਏ, ਮਾਂ ਮੈਨੂੰ ਮਾਫ ਕਰ ਦੇ। ਬੇਟਾ ਬਜ਼ੁਰਗ ਤੂੰ ਵੀ ਆਉਣਾ, ਜੇ ਮੈਨੂੰ ਰੋਲੇਗਾ ਤੂੰ ਵੀ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ। ਸਾਹਿਬ ਨੇ ਬਜ਼ੁਰਗ ਹੋਣਾ। ਸਾਹਿਬ ਜੀ ਅੱਜ ਸਮਝਾਉਂਦੇ ਨੇ, ਨਾਮ ਦਾ ਸਿਫਤ ਸਲਾਹ ਦਾ ਰੰਗ ਮਾਣ ਲੈ, ਉਹਦੇ ਗੁਣਾਂ ਨੂੰ ਗਾ, ਉਹਦੀ ਸਿਫਤ ਸਲਾਹ ਕਰ, ਉਹਦੇ ਗੁਣਾਂ ਨੂੰ ਗਾਇਆ ਕਰ। ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਗੁਰਬਾਣੀ ਵਿੱਚ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹਦੇ ਅਰਥ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਕੀਤੇ ਨੇ ਕਿ ਗੁਰ ਸੇਵਾ ਤੇ ਭਗਤ ਕਮਾਈ, ਕਿ ਗੁਰੂ ਕੀ ਸੇਵਾ ਕੀਤੀ, ਭਗਤੀ ਕੀਤੀ, ਤਬ ਇਹ ਮਾਨਸ ਦੇਹੀ ਪਾਈ। ਇਹ ਸਰੀਰ ਦਾ ਮਨੁੱਖਾ ਜਨਮ ਦਾ ਮਹੱਤਵ ਸਮਝ ਆਇਆ ਕਿ ਮਨੁੱਖਾ ਜਨਮ ਹੈ ਕੀ। ਵੈਸੇ ਇਹਦੇ ਅਰਥ ਕੀਤੇ ਗਏ ਕਿ ਪਹਿਲਾਂ ਪਿਛਲੇ ਜਨਮਾਂ ਸੇਵਾ ਕੀਤੀ ਤਾਂ ਇਹ ਮਨੁੱਖਾ ਜਨਮ ਮਿਲਿਆ, ਇਹ ਵੀ ਅਰਥ ਕੀਤੇ ਗਏ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ जन्म का यही लाहो। जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भजले रे मन सारंग पानी। कि मेरे मना हे बंदिया, जदों तक बजुर्ग नहीं होया, जदों तक तेरे बोलने ये साह ने, उदों तक रब दे गुणां नूं गा। अब ना भजस, भजस कब भाई, आवे अंत ना भजिया जाई। दिन आ गया फिर मुड़ के ये सभा नहीं मिलना, दिन ही आ गया उम्र ही गुजर गई। उस दे गुणां नूं गा, रंग माण लै, बंदगी कर। ये शरीर कीए जररी, बुढ़ेपा आउणा, हुण समा है सांभ, उस दे गुणां नूं गाया कर, सिफत सलाह करिया कर। ये सी रहाओ बंद। साहब जी अगलेरे बंद भी समझाउंदे ने, सज्जण मेरे रंगुले जाए सुते जीराण। सज्जण मेरे रंगुले, कि साडे प्यारे सज्जण जीराण, जीराण का अर्थ है कब्रिस्तान, मड़ियां। कि साडे जिहड़े प्यारे सन वो कित्थे चले गए? कब्रिस्तान, मड़ियां विच। सब ने जाना एक दिन, सब ने मरना। जाए सुते जीराण, कब्रिस्तान जीराण। हाँ भी मईयां डोमणी, रोवा झीणी बाण। हाँ भी मैं भी वईयां जाना, डोमणी दुचित्ती, दुबदा विच पई हुई जीव इस्त्री, रोवा रोंदी है, झीणी मध्यम बाण आवाज। ਜਿਹੜੀ जीव इस्त्री रो रही है, ये गल नहीं समझती कि एक दिन जाना तो उत्थे है जिथे बाकी चले गए, जाना तो उत्थे ही है ना। साडे प्यारे सज्जण इस संसार तो चले गए। दशमेश पिता जी धन श्री गुरु गोबिंद सिंह पातशाह जी, सतगुरु पातशाह जी ने अकाल उस्तत दे विच बख्शिश की। जोगी जपी, इस संसार दे विच बड़े जोगी आए। जोगी जपी ब्रह्मचारी, बड़े बड़े छत्रधारी। छत्र ही की छाया कई कोस लो चलत है, बड़े बड़े राजे।
ਬੜੇ ਬੜੇ ਰਾਜੇ ਮਹਾਰਾਜੇ ਜਿਨ੍ਹਾਂ ਦੀ ਛਤਰ ਦੀ ਛਾਇਆ ਕਈ ਕੋਸਾਂ ਤੇ ਭਾਵ ਇਤਨੀ ਸੈਨਾ। बड़े बड़े राजन के दाबत फिरत देश, बड़े बड़े राजन के द्रब को दलत है। बड़े बड़े राजियां दे उन्होंने देश दब लए, बड़े बड़े राजियां दा मान उन्होंने चकनाचूर कर दिता। मान से महीप दलीप जैसे छत्रधारी, मान से महीप दलीप जैसे छत्रधारी, बड़ो अवमान भुज दंड को करता है। ਜਿਹੜੇ ਮਾਣ ਕਰਦੇ ਸੀ ਸਾਡੀਆਂ ਭੁਜਾਵਾਂ ਬੜੀਆਂ ਬਲਵਾਨ ਨੇ। ਮਾਨ ਸਿੰਘ ਵਰਗੇ ਰਾਜੇ, ਦਲੀਪ ਸਿੰਘ ਵਰਗੇ ਰਾਜੇ ਜਿਹੜੇ ਮਾਣ ਕਰਦੇ ਸੀ। दारा से दुर्योधन, दारा से दलीसर, दुर्योधन से मानधारी। दारा वर्गे राजे, दुर्योधन वर्गे मानधारी। भोग भोग भूमंत भूम में मिलत है। दशमेश पिता जी समझाउंदे बनया कि ये वड्डे वड्डे राजे महाराजे ਜਿਹੜੇ ਕਹਿੰਦੇ ਸਨ कि मैं बड़ा ਵੱਡਾ, मेरे वर्गा कौन। अंत ਨੂੰ ਹੋਇਆ कि भोग भोग भूमंत भूम में मिलत है, सारे मिट्टी विच मिट्टी हो गए। भाई संसार तो जाना है, जो दिन आवे सो दिन जाही, करना कूच रहन थिर नाही। संग चलत है हम भी चलना, दूर गवन सिर ऊपर मरना। बंदिया तू जानिया है कि पता नहीं मौत कितनी दूर है। दाता जी कहने लगे सिर ऊपर मरना, मौत सिर दे ऊपर है। एवें भुलेखा ही पै गया तेन, मौत दूर है। साहब जी अज बख्शिश कर दे कि साडे प्यारे सज्जन, सज्जन मेरे रंगुले, प्यारे रंगुले साडे प्यारे, जाए सुते जीरान कब्रस्तान में चले गए, संसार तो चले गए। एक दिन जाना है। साहब जी ने बख्शिश कर श्लोक संस्कृति विच बड़ा प्यारा समझाया। बहुत जतन करता बलवंतकारी, सेवंत सूरा चतुर्दशा। बेखम स्थान बसंती ऊंचा, नह सिमरंत मरनंग कदाचै। नह सिमरंत मरनंग कदाचै। बंदे नूं भुल गया कि मौत कित्थे रहिंदा है। साहब जी ने समझाया ऐसे उच्चे स्थान ते रहिंदा है जिथे कोई पहुंच नहीं सकता। सेवंत सूरा चतुर्दश, चारे पासे दे की ने फौजां ने। मौत इनू, मौत भुल गई, मौत इनू याद कोई नहीं। होवंत आग्या, ध्यान देना, होवंत आग्या भगवान पुरख है। मौत चेते कोई नहीं, बंदा ये तक अपड़ नहीं सकता, सिक्योरिटी बड़ी है। साध संगत जो परमेश्वर का हुक्म आ गया, क्योंकि मरण लखाए मंडल में आए। होवंत आग्या भगवान पुरख है, नानक कीटी सास करखते। हे नानक कह, जदों रब दा परमेश्वर का हुक्म हो गया, बंदिया सप दी, सप लड़न की लोड़ नहीं, कीड़ी लड़ी बंदा गुजर गया। काढो काढो हुई, काढो काढो हो गई। क्यों? क्योंकि हुक्म आ गया। जदों परमेश्वर का सद्दा आ गया, सदड़े नित पवन, रोजाना सदे पैंदे, बड़े प्राणी जांदे, बड़े संसार तो कूच करते। सतगुरु पातशाह जी बख्शिश करते ने कि साडे प्यारे इस संसार तो चले गए, असी की हाँ जीव इस्त्री की रोंदी है।
ਦੁਬਦਾ ਵਿੱਚ ਪੈ ਕੇ ਰੋਂਦੀ ਹੈ, ਪਰ ਇਹ ਸਮਝ ਨਹੀਂ ਕਿ ਮੈਂ ਵੀ ਇਸ ਸੰਸਾਰ ਤੋਂ ਜਾਣਾ, ਕਿ ਮੈਂ ਵੀ ਮਰਨਾ। ਦੁਬਦਾ ਵਿੱਚ ਪੈ ਕੇ ਰੋਂਦੀ ਹੈ, ਇਹਨੂੰ ਪਤਾ ਹੀ ਕੋਈ ਨਹੀਂ, ਮੈਂ ਵੀ ਮਰਨਾ। ਰੋਵਾਂ ਝੀਣੀ ਬਾਣ, ਝੀਣੀ ਧੀਮੀ ਬਾਣ ਬੋਲੀ, ਭੁੱਲ ਗਈ ਕਿ ਮੈਂ ਵੀ ਮਰਨਾ। ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ। ਸੋਏ ਸੋਏ ਦਾ ਅਰਥ ਹੈ ਖਬਰ। ਗੋਰੀਏ ਜੀਵ ਇਸਤਰੀਏ, ਆਪਣੇ ਕੰਨਾਂ ਨਾਲ ਤੂੰ ਧਿਆਨ ਨਹੀਂ ਦਿੰਦੀ, ਤੈਨੂੰ ਖਬਰ ਨਹੀਂ ਪਤਾ, ਚੇਤਾ ਭੁੱਲ ਗਈ ਹੈ। ਸਾਹਿਬ ਜੀ, ਸਾਨੂੰ ਕਿਹੜਾ ਚੇਤਾ ਵਿਸਰ ਗਿਆ ਹੈ? ਸਾਨੂੰ ਪਤਾ ਕਿਹੜਾ ਚੇਤਾ ਵਿਸਰਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਲੱਗੀ ਆਵੈ ਸਹੁਰੈ ਨਿਤ ਨਾ ਪਈਆ ਹੋਏ। ਇੱਕ ਦਿਨ ਸਹੁਰੈ ਪਰਲੋਕ ਵਿੱਚ ਜਾਣਾ, ਪਈਆ ਸੰਸਾਰ, ਨਿਤ ਨਾ ਪਈਆ ਹੋਏ। ਜੀਵ ਇਸਤਰੀਏ ਭੁੱਲ ਗਈ ਹੈ, ਬੰਦਿਆ ਭੁੱਲ ਗਿਆ, ਸੰਸਾਰ ਤੇ ਸਦੀਵੀ ਕਾਲ ਦੇ ਲਈ ਨਹੀਂ ਰਹਿਣਾ। ਇੱਕ ਦਿਨ ਕੀ ਹੈ, ਸਭ ਮੁਕਲਾਵਣ ਹਾਰ, ਗੁਰਬਾਣੀ ਦੇ ਬਚਨ ਨੇ, ਸਾਰਿਆਂ ਨੇ ਚਲਿਆ ਜਾਣਾ ਹੈ, ਰਹਿਣਾ ਕਿਸੇ ਨੇ ਵੀ ਨਹੀਂ। ਸੁਣਦੀ ਨਹੀਂ ਕਿ ਇੱਥੇ ਕਿਸੇ ਨੇ ਵੀ ਰਹਿਣਾ ਨਹੀਂ। ਨਾਨਕ ਸੁੱਤੀ ਪਈ ਹੈ, ਪਈ ਹੈ ਸੰਸਾਰ ਤੇ। ਜਾਣ ਵਿਰਤੀ ਸਨ, ਜਾਣ ਵਿਰਤੀ ਸਨ। ਵਿਰਤੀ, ਵਿਰਤੀ ਦਾ ਅਰਥ ਹੈ ਉਲਟ, ਦਿਨ ਰਾਤ ਤੋਂ ਉਲਟ ਕੀ ਹੈ ਦਿਨ, ਦਿਨ ਤੋਂ ਉਲਟ ਕੀ ਹੈ ਰਾਤ। ਵਿਰਤੀ ਸਨ, ਸਨ ਦਾ ਅਰਥ ਹੈ ਚੋਰੀ, ਡਾਕਾ ਪੈ ਗਿਆ ਦਿਨੇ ਦਿਹਾੜੇ। ਕਿ ਦਿਨੇ ਦਿਹਾੜੇ ਜੀਵ ਇਸਤਰੀਏ ਤੂੰ ਸੁਣਦੀ ਨਹੀਂ, ਸਮਝਦੀ ਨਹੀਂ, ਤੇਰੇ ਗੁਣਾਂ ਨੂੰ ਇਹ ਸੰਨ ਲੱਗ ਰਹੀ ਹੈ ਕਿ ਇੱਥੇ ਰਹਿਣਾ ਕਿਸੇ ਨੇ ਵੀ ਨਹੀਂ। ਗੁਣਾ ਗਵਾਈ ਗੰਠੜੀ, ਕਿ ਜਿਹੜੇ ਗੁਣਾਂ ਵਾਲੀ ਗਠੜੀ ਹੈ ਇਹ ਤੋਂ ਗਵਾ ਲਈ। ਕੀ ਕੀਤਾ? ਅਵਗਣ ਚੱਲੀ ਬਨ। ਹੇ ਨਾਨਕ ਕਹਿ ਕਿ ਜੀਵ ਇਸਤਰੀ ਇਸ ਸੰਸਾਰ ਦੇ ਵਿੱਚ ਗੁਣ ਲੁਟਾ ਕੇ ਚਲੀ ਜਾਂਦੀ ਹੈ, ਭੁੱਲ ਜਾਂਦੀ ਹੈ ਕਿ ਮੈਂ ਮਰਨਾ ਹੈ। ਗੁਣ ਇੱਥੇ ਹੀ ਰਹਿ ਗਏ, ਔਗੁਣ ਇਹ ਲੈ ਕੇ ਸੰਸਾਰ ਤੋਂ ਰੁਖਸਤ ਹੋ ਗਈ। ਸਾਹਿਬ ਜੀ ਨੇ ਸਮਝਾਇਆ, ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ, ਸੇ ਭਾਈ ਸੇ ਵੀਰ। ਇੱਥੇ ਭਾਈ ਵੀਰ ਕੌਣ ਹੈ? ਗੁਣ ਨੇ। ਪਰ ਜੀਵ ਇਸਤਰੀ ਕੀ ਕਰਦੀ ਏ? ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਇਹ ਔਗਣ ਬੰਨ ਕੇ ਲਿਜਾਂਦੇ, ਗੁਣ ਇੱਥੇ ਹੀ ਛੱਡ ਗਈ। ਸਾਹਿਬ ਜੀ ਨੇ ਪਾਵਨ ਪਵਿੱਤਰ ਅਖੀਰਲੀਆਂ ਪੰਕਤੀਆਂ ਵਿੱਚ ਸਮਝਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਗੁਰੂ ਸ਼ਬਦ ਦੇ ਵਿੱਚ ਕੀ ਬੰਦਿਆ ਮਾਣਨਾ ਕਰ, ਮਰਨਾ ਸਾਰਿਆਂ ਨੇ ਜਾਣਾ, ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ। ਸਭ ਨੇ ਚਲਿਆ ਜਾਣਾ, ਰਹਿਣਾ ਕਿਸੇ ਨੇ ਵੀ ਨਹੀਂ। ਇਹ ਫੁੱਲ, ਇਹ ਤਨ, ਧਨ 4 ਦਿਨਾਂ ਦੀ ਖੇਡ ਨੇ, ਉਸ ਦੇ ਗੁਣਾਂ ਨੂੰ ਗਾਇਆ ਕਰ। ਇਹੀ ਅਰਦਾਸ ਬੇਨਤੀ ਕਰੀਏ। ਇਤਨੀਆਂ ਕੁ ਪਾਵਨ ਪਵਿੱਤਰ ਗੁਰੂ ਸ਼ਬਦ ਦੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਪਾਵਨ ਪਵਿੱਤਰ ਗੁਰੂ ਸ਼ਬਦ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹਨ। ਸਤ ਸੰਗੀ ਜਨ ਅਤੇ ਸਤਿਗੁਰ ਪਾਤਸ਼ਾਹ ਜੀ ਬਖਸ਼ਣ ਯੋਗ ਹਨ। ਆਪੇ ਹੀ ਵਿੱਚ ਵਰਤ ਕੇ ਗੁਰੂ ਸ਼ਬਦ ਦੀਆਂ ਵਿਚਾਰਾਂ ਕਰਾ ਲਿਆ ਕਰਨ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਧੰਨਵਾਦ। ਪ੍ਰਬੰਧਕ ਕਮੇਟੀ ਪ੍ਰਧਾਨ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ ਬੇਅੰਤ ਬੇਨਤ ਸ਼ੁਕਰਾਨਾ। ਸਤਿਗੁਰੂ ਪਾਤਸ਼ਾਹ ਜੀ ਤੇ ਗੂੰਗੇ ਬੋਲਿਆਂ ਤੋਂ ਵੀ ਅਰਥ ਕਰਾ ਲੈਂਦੇ ਨੇ ਆਪੇ ਵਿੱਚ ਵਰਤ ਕੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਤੇ ਸਤਿਕਾਰ ਦੇ ਨਾਲ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ